हाँ जी दोस्तों, स्वागत है ਤੁਹਾਡੇ ਆਪਣੇ ਚੈਨਲ ਸਾਈਕੋ ਪੰਜਾਬੀ ਉਤੇ। ਸੋ ਦੋਸਤੋ, ਅੱਜ ਗੱਲਬਾਤ ਕਰਾਂਗੇ 65 ਲੱਖ ਦੀ ਡਕੈਤੀ ਦੇ ਭਾਗ 9ਵੇਂ ਬਾਰੇ। ਸੋ ਭਾਗ 8ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮਾਇਆ ਰਾਮ ਹੁੰਦਾ ਹੈ ਉਹਨੂੰ ਸਾਰਾ ਜਿਹੜਾ ਪਲਾਨ ਹੈ ਉਹ ਕਰਨੈਲ ਸਿੰਘ ਸਮਝਾ ਰਿਹਾ ਹੈ, ਤੇ ਬੈਂਕ ਦੀਆਂ ਬਰੀਕੀਆਂ ਬੈਂਕ ਵਿੱਚ ਕਿੱਥੇ ਅਲਾਰਮ ਲੱਗੇ ਹੋਏ ਨੇ, ਕਿਹੜੇ ਸਿਕਿਉਰਿਟੀ ਗਾਰਡ ਕਿਵੇਂ ਗਸ਼ਤ ਕਰਦੇ ਨੇ, ਉਹ ਸਾਰਾ ਕੁਝ ਹੈਗਾ ਜਿਹੜਾ ਉਹ ਕਰਨੈਲ ਸਿੰਘ ਮਾਇਆ ਰਾਮ ਨੂੰ ਦੱਸ ਰਿਹਾ ਹੈ। ਸੋ ਵੀਡੀਓ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਦੋਸਤੋ, ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ। ਕਰਨੈਲ ਸਿੰਘ ਅੱਗੇ ਉਹਨੂੰ ਦੱਸਦਾ ਹੈ ਵੀ 1 ਘੰਟੇ ਦੇ ਵਕਫੇ ਤੋਂ ਬਾਅਦ ਇਹ ਸਿਲਸਿਲਾ ਉਲਟਾ ਦੁਹਰਾਇਆ ਜਾਂਦਾ ਹੈ, ਭਾਵ ਚੌਥੀ ਗਸ਼ਤ 53 ਮਿੰਟ ਬਾਅਦ, ਪੰਜਵੀਂ 24 ਮਿੰਟ ਬਾਅਦ ਅਤੇ 6ਵੀਂ 23 ਮਿੰਟ ਬਾਅਦ ਹੁੰਦੀ ਹੈ। ਇਸ ਤੋਂ ਬਾਅਦ ਪਿਛਲਾ ਕ੍ਰਮ ਮੁੜ ਦੁਹਰਾਇਆ ਜਾਂਦਾ ਹੈ। ਇਹ ਸਿਲਸਿਲਾ ਸੂਰਜ ਚੜ੍ਹਨ ਤੱਕ ਜਾਰੀ ਰਹਿੰਦਾ ਹੈ। ਹਰ ਗਸ਼ਤ ਦੇ ਅੰਤ ਵਿੱਚ ਇੱਕ ਵਾਰ ਮੁੱਖ ਗੇਟ ਦੀ ਜਾਂਚ ਕੀਤੀ ਜਾਂਦੀ ਹੈ। ਮੁੱਖ ਪ੍ਰਵੇਸ਼ ਦੁਆਰ ਵਿੱਚ ਇੱਕ ਛੋਟੀ ਨਿਰੀਖਣ ਖਿੜਕੀ ਹੈ, ਜਿਸ ਰਾਹੀਂ ਕੋਈ ਵਿਅਕਤੀ ਬੈਂਕ ਦੇ ਅੰਦਰਲੇ ਹਾਲ ਵਿੱਚ ਝਾਤ ਮਾਰ ਸਕਦਾ ਹੈ। ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਬੈਂਕ ਅੰਦਰਲੇ ਹਾਲ ਦੀਆਂ ਲਾਈਟਾਂ ਬੰਦ ਨਹੀਂ ਹੁੰਦੀਆਂ। ਉਸ ਖਿੜਕੀ ਵਿੱਚੋਂ ਬੇਸਮੈਂਟ ਨੂੰ ਜਾਣ ਵਾਲੀਆਂ ਪੌੜੀਆਂ ਸਾਫ਼ ਦਿਖਦੀਆਂ ਨੇ ਅਤੇ ਇਹ ਵਾਲਟ ਤੱਕ ਪਹੁੰਚਣ ਦਾ ਇੱਕੋ ਇੱਕ ਰਸਤਾ ਹੈ। ਮੈਂ ਇਸ ਨਕਸ਼ੇ ਦੇ ਪਿਛਲੇ ਪਾਸੇ ਗਸ਼ਤ ਦੇ ਇਹ ਸਾਰੇ ਸਮੇਂ ਨੋਟ ਕੀਤੇ ਹੋਏ ਨੇ। ਬੇਸਮੈਂਟ ਵਿੱਚ ਹੋਰ ਕੀ ਹੈ? ਮਾਇਆ ਰਾਮ ਨੇ ਪੁੱਛਿਆ। ਕੁਝ ਨਹੀਂ, ਇਹ ਸਿਰਫ ਇੱਕ ਵਾਲਟ ਹੈ। ਬੇਸਮੈਂਟ ਵਿੱਚ ਤਾਜ਼ੀ ਹਵਾ ਕਿੱਥੋਂ ਆਉਂਦੀ ਹੈ? ਉੱਥੇ ਇੱਕ 에ਅਰ ਕੰਡੀਸ਼ਨਿੰਗ ਡੈਕਟ ਲਗਾਇਆ ਗਿਆ ਹੈ, ਪਰ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਉਸ ਡੈਕਟ ਰਾਹੀਂ ਬੇਸਮੈਂਟ ਤੱਕ ਪਹੁੰਚ ਸਕਦੇ ਹੋ ਤਾਂ ਇਹ ਵਿਚਾਰ ਨੂੰ ਛੱਡ ਦਿਓ, ਇਹ ਅਸੰਭਵ ਹੈ। ਅੱਛਾ, ਮਾਇਆ ਰਾਮ ਨੇ ਕਿਹਾ ਤੇ ਧਿਆਨ ਨਾਲ ਨਕਸ਼ੇ ਦਾ ਅਧਿਐਨ ਕਰਨ ਲੱਗ ਪਿਆ। ਉਹ ਕਰਨੈਲ ਸਿੰਘ ਕੋਲ ਚੁੱਪਚਾਪ ਬੈਠਾ ਰਿਹਾ। ਵੇਰਕਾ ਸਟੇਸ਼ਨ ਤੇ ਗੱਡੀ ਰੁਕ ਗਈ। ਮਾਇਆ ਰਾਮ ਨੇ ਨਕਸ਼ਾ ਲਪੇਟ ਕੇ ਆਪਣੀ ਜੇਬ ਵਿੱਚ ਰੱਖ ਲਿਆ। 2 ਭਿਖਾਰੀ ਡੱਬੇ ਵਿੱਚ ਦਾਖਲ ਹੋਏ ਤੇ ਉਹਨਾਂ ਦੇ ਅੱਗੇ ਦਰਵਾਜ਼ੇ ਦੇ ਕੋਲ ਫਰਸ਼ ਤੇ ਬੈਠ ਗਏ। ਮਾਇਆ ਰਾਮ ਨੇ ਸਿੱਟ ਜਗਾਈ। ਕਰਨੈਲ ਸਿੰਘ ਨੇ ਮਾੜਾ ਜਿਹਾ ਮੂੰਹ ਕੀਤਾ ਤਾਂ ਮਾਇਆ ਰਾਮ ਆਪਣੇ ਪਾਸਿਓਂ ਉੱਠ ਕੇ ਖਿੜਕੀ ਕੋਲ ਜਾ ਕੇ ਧੂੰਆਂ ਕੱਢਣ ਲੱਗ ਪਿਆ। ਗੱਡੀ ਫੇਰ ਅੱਗੇ ਤੁਰੀ। ਬਾਹਰੀ ਸਿਗਨਲ ਪਾਰ ਕਰਨ ਤੋਂ ਬਾਅਦ ਮਾਇਆ ਰਾਮ ਨੇ ਫੇਰ ਨਕਸ਼ਾ ਕੱਢਿਆ ਤੇ ਉਸ ਦੇ ਸਾਹਮਣੇ ਫੈਲਾ ਦਿੱਤਾ। ਉਸਨੇ ਨਕਸ਼ੇ ਦਾ ਬਹੁਤ ਧਿਆਨ ਨਾਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਜੇਬ ਵਿੱਚੋਂ ਇੱਕ ਕਾਗਜ਼ ਅਤੇ ਇੱਕ ਪੈਨਸਲ ਕੱਢੀ ਅਤੇ ਨਕਸ਼ੇ ਦੇ ਹਵਾਲੇ ਨਾਲ ਕਾਗਜ਼ ਉੱਤੇ ਕੁਝ ਹਿਸਾਬ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦਾ ਸੀ ਕਿ ਜੇਕਰ ਉਸ ਦੇ ਮਨ ਵਿੱਚ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਉਸ ਦਾ ਹੱਲ ਕਰਨੈਲ ਸਿੰਘ ਦੇ ਸਾਹਮਣੇ ਕੀਤਾ ਜਾਵੇ। ਕਰਨੈਲ ਸਿੰਘ ਬੜਾ ਹੰਕਾਰੀ ਆਦਮੀ ਸੀ। ਉਹਨਾਂ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸੀ ਕਿ ਉਹ ਭਵਿੱਖ ਵਿੱਚ ਮਾਇਆ ਰਾਮ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕਰੇਗਾ। ਜੇਕਰ ਉਹ ਬਾਅਦ ਵਿੱਚ ਦੁਬਾਰਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੰਗਾਮਾ ਕਰ ਸਕਦਾ ਸੀ। ਉਹਦਾ ਧਿਆਨ ਤਿਜੋਰੀ ਦੇ ਦਰਵਾਜ਼ੇ ਵੱਲ ਗਿਆ। 2.5 ਫੁੱਟ ਮੋਟਾ ਦਰਵਾਜ਼ਾ। ਉਸ ਦਾ ਮੂੰਹ ਸੁੱਕਣ ਲੱਗ ਪਿਆ। ਉਹ ਸਿਰਫ ਸ਼ੇਖੀ ਮਾਰ ਰਿਹਾ ਸੀ ਜਾਂ ਉਹ ਅਸਲ ਵਿੱਚ ਇਸ ਨੂੰ ਖੋਲ੍ਹ ਸਕਦਾ ਸੀ। ਬਰੂਦ ਨਾਲ ਦਰਵਾਜ਼ਾ ਅਡਾਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪੂਰੇ ਦਰਵਾਜ਼ੇ ਨੂੰ ਅਡਾਉਣ ਲਈ ਇੰਨੀ ਬਰੂਦ ਦੀ ਵਰਤੋਂ ਕਰਨੀ ਪਵੇਗੀ ਕਿ ਇਮਾਰਤ ਦੇ ਨਾਲ ਪੂਰੀ ਇਮਾਰਤ ਉਡਾ ਦਿੱਤੀ ਜਾਵੇਗੀ ਅਤੇ ਇਮਾਰਤ ਦੇ ਅੰਦਰ ਮੌਜੂਦ ਲੋਕ ਟੁਕੜੇ ਹੋ ਜਾਣਗੇ। ਇਸ ਲਈ ਇਸ ਨੂੰ ਖੋਲ੍ਹਣ ਦਾ ਇੱਕ ਹੀ ਰਸਤਾ ਸੀ। ਉਸਨੇ ਉਹ ਸ਼ੁਰੂ ਵਿੱਚ ਹੀ ਸੋਚਿਆ ਸੀ। ਦਰਵਾਜ਼ਾ ਪਿਘਲਾ ਕੇ ਖੋਲ੍ਹਿਆ ਜਾ ਸਕਦਾ ਸੀ, ਪਰ ਠੋਸ ਲੋਹੇ ਦੀ 30 ਇੰਚ ਮੋਟੀ ਭਰਤ ਨੂੰ ਪਿਘਲਾਉਣਾ ਤੇ ਇਸ ਵਿੱਚ ਇੱਕ ਮੋਰੀ ਬਣਾਉਣਾ ਕੋਈ ਮਾੜਾ ਮੋਟਾ ਕੰਮ ਨਹੀਂ ਸੀਗਾ। ਉਸਨੇ ਕਾਗਜ਼ ਤੇ ਹਿਸਾਬ ਲਾਇਆ। ਉਹ ਇਸ ਸਿੱਟੇ ਤੇ ਪਹੁੰਚਿਆ ਕਿ ਜੇ 3200 ਡਿਗਰੀ ਸੈਂਟੀਗ੍ਰੇਡ ਦੀ ਲਾਟ ਨਾਲ 30 ਇੰਚ ਮੋਟੇ ਦਰਵਾਜ਼ੇ ਨੂੰ ਪਿਘਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਅੰਦਰ ਜਾਣ ਲਈ ਇੰਨਾ ਵੱਡਾ ਮੋਰੀ ਬਣਾਉਣ ਲਈ ਘੱਟੋ ਘੱਟ 5-6 ਘੰਟੇ ਲੱਗ ਜਾਣਗੇ। ਅਜਿਹੀ ਅਤਿਅੰਤ ਗਰਮੀ ਨਾ ਸਿਰਫ ਦਰਵਾਜ਼ੇ ਨੂੰ ਪਿਘਲਾ ਦੇਵੇਗੀ, ਸਗੋਂ ਵਾਲਟ ਦੇ ਮਾਹੌਲ ਵਿੱਚ ਮੌਜੂਦ ਆਕਸੀਜਨ ਨੂੰ ਵੀ ਸਾੜ ਦੇਵੇਗੀ। ਇਸ ਦਾ ਮਤਲਬ ਸੀ ਕਿ ਸਹੀ ਢੰਗ ਨਾਲ ਸਾਹ ਲੈਣ ਲਈ ਉੱਥੇ ਆਕਸੀਜਨ ਲੈ ਕੇ ਜਾਣਾ ਜ਼ਰੂਰੀ ਸੀ। ਪਿਘਲ ਕੇ ਦਰਵਾਜ਼ੇ ਨੇ ਬਹੁਤ ਹੀ ਤੱਤਾ ਹੋ ਜਾਣਾ ਸੀ। ਇਸ ਨੂੰ ਠੰਡਾ ਹੋਣ ਲਈ ਲੰਬਾ ਸਮਾਂ ਉਡੀਕ ਕਰਨੀ ਪੈ ਸਕਦੀ ਸੀ। ਹੁਣ ਉਸਨੇ ਮਹਿਸੂਸ ਕੀਤਾ ਕਿ ਗੱਡੀ ਦੀ ਰਫ਼ਤਾਰ ਹੌਲੀ ਹੋਣ ਲੱਗ ਪਈ ਹੈ। ਉਸਨੇ ਨਕਸ਼ੇ ਨੂੰ ਧਿਆਨ ਨਾਲ ਮੋੜ ਕੇ ਆਪਣੀ ਜੇਬ ਵਿੱਚ ਰੱਖ ਲਿਆ। ਉਸਨੇ ਕਾਗਜ਼ ਦੇ ਟੁਕੜੇ ਕਰ ਦਿੱਤੇ। ਟ੍ਰੇਨ ਕੱਥੂ ਨੰਗਲ ਸਟੇਸ਼ਨ ਤੇ ਰੁਕੀ। ਮਾਇਆ ਰਾਮ ਆਪਣੀ ਥਾਂ ਤੋਂ ਉੱਠਿਆ ਤੇ ਕਰਨੈਲ ਸਿੰਘ ਵੇਲ ਵੇਖੇ ਬਿਨਾਂ ਹੀ ਗੱਡੀ ਤੋਂ ਹੇਠਾਂ ਉਤਰ ਗਿਆ। ਉਹ ਸਟੇਸ਼ਨ ਦੇ ਨੇੜੇ ਇੱਕ ਮੁੱਖ ਸੜਕ ਸੀ। ਉੱਥੇ ਪਹੁੰਚ ਕੇ ਉਸਨੇ ਅੰਮ੍ਰਿਤਸਰ ਲਈ ਬੱਸ ਫੜ ਲਈ। ਮੋਟਰ ਗਰਾਜ ਦੇ ਇੱਕ ਕੋਨੇ ਵਿੱਚ ਇੱਕ ਕ੍ਰੈਕਿੰਗ ਲੱਕੜ ਦਾ ਛੋਟਾ ਜਿਹਾ ਕੈਬਨ ਸੀ ਜੋ ਇੱਕ ਦਫ਼ਤਰ ਵਜੋਂ ਕੰਮ ਕਰਦਾ ਸੀ। ਮੇਜ਼ ਦੇ ਪਿੱਛੇ ਕੱਪੜਿਆਂ ਦੀ ਉਹੀ ਸਮਝ ਤੋਂ ਬਾਹਰ ਲੰਬਾ ਟਰਾਊਜ਼ਰ, ਟਵੀਡ ਕੋਟ, ਇੱਕ ਮਫਲਰ ਪਾਇਆ ਹੋਇਆ ਇੱਕ ਆਦਮੀ ਬੈਠਾ ਸੀ ਜੋ ਕਿ ਵਿਮਲ ਦੇ ਹਮੇਸ਼ਾ ਪਿੱਛੇ ਲੱਗਿਆ ਰਹਿੰਦਾ ਸੀ। ਮਾਇਆ ਰਾਮ ਨੇ ਉਸ ਨੂੰ ਗੁਰਦਿੱਤੇ ਦੇ ਨਾਲ ਵਿਮਲ ਨਾਲ ਮਿਲਾਇਆ ਸੀ, ਭਾਵ ਕਿ ਉਸ ਦਾ ਵਿਚਾਰ ਸਹੀ ਨਿਕਲਿਆ। ਲਾਭ ਸਿਉ ਉਰਫ ਮਟਰ ਪਨੀਰ ਚੁੱਪਚਾਪ 2 ਟਾਇਰਾਂ ਉੱਤੇ ਬੈਠਾ ਸੀ। ਵਿਮਲ ਨੂੰ ਲੱਗਾ ਕਿ ਉਹ ਪਹਿਲਾਂ ਹੀ 1-2 ਪੈਗ ਪੀ ਚੁੱਕਾ ਹੈ। ਇੱਕ ਵਾਰ ਜਦੋਂ ਉਸਨੇ ਪਾਸਾ ਬਦਲਿਆ, ਉਸਦਾ ਕੁੜਤਾ ਉਸਦੀ ਕਮਰ ਤੋਂ ਥੋੜਾ ਜਿਹਾ ਖਿਸਕ ਗਿਆ। ਫਿਰ ਵਿਮਲ ਨੇ ਰਸੋਈ ਵਿੱਚ ਖੁੱਲੀ ਵਿਸਕੀ ਦੀ ਬੋਤਲ ਦੀ ਝਲਕ ਫੜੀ। ਕਰਮਚੰਦ ਗੰਭੀਰ ਮੁਦਰਾ ਵਿੱਚ ਗੁਰਦਿੱਤੇ ਕੋਲ ਹੀ ਇੱਕ ਸਟੂਲ ਉੱਤੇ ਬੈਠਾ ਸੀ। ਵਿਮਲ ਨੇ ਬੱਸ ਦੀ ਲੰਬੀ ਸੀਟ ਟੇਬਲ ਤੱਕ ਖਿਸਕਾਈ ਸੀ ਤੇ ਉਸ ਦੇ ਕਿਨਾਰੇ ਤੇ ਬੈਠਾ ਸੀ। ਪੂਰੇ ਦਫ਼ਤਰ ਵਿੱਚ ਸਿਰਫ 2 ਹੀ ਖਸਤਾਹਾਲ ਕੁਰਸੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਤੇ ਗੁਰਦਿੱਤਾ ਪਹਿਲਾਂ ਹੀ ਬੈਠਾ ਸੀ ਤੇ ਦੂਜੇ ਤੇ ਮਾਇਆ ਰਾਮ ਬੈਠਾ ਸੀ। ਕਰਨੈਲ ਸਿੰਘ ਦਾ ਦਿੱਤਾ ਹੋਇਆ ਨਕਸ਼ਾ ਮੇਜ਼ ਤੇ ਖਿਲਰਿਆ ਪਿਆ ਸੀ। ਕੀ ਤੁਸੀਂ ਥਾਣੇ ਦੀ ਅਲਾਰਮ ਤਾਰ ਨੂੰ ਸਮਝਿਆ? ਮਾਇਆ ਰਾਮ ਨੇ ਪੁੱਛਿਆ।
ਕਰਮਚੰਦ ਨੂੰ ਸੰਬੋਧਨ ਕੀਤਾ ਗਿਆ ਸੀ। ਹਾਂ, ਕਰਮਚੰਦ ਨੇ ਛੋਟਾ ਜਿਹਾ ਜਵਾਬ ਦਿੱਤਾ, ਕੀ ਤੁਸੀਂ ਕੰਮ ਕਰ ਸਕਦੇ ਹੋ? ਇਸ ਨਕਸ਼ੇ ਤੋਂ ਸਪਸ਼ਟ ਹੈ ਕਿ ਬੈਂਕ ਦੇ ਵਾਲਟ ਵਿੱਚੋਂ ਨਿਕਲਣ ਵਾਲੀ ਤਾਰ P&T ਦੀ ਜ਼ਮੀਨਦੋਜ਼ ਕੇਬਲ ਨੂੰ ਮਿਲਣ ਵਾਲੀ ਜਗ੍ਹਾ ਮਹਿਤਾ ਹਾਊਸ ਦੇ ਅਹਾਤੇ ਦੇ ਅੰਦਰ ਹੀ ਹੈ। ਦੂਜੇ ਪਾਸੇ ਪੁਲਿਸ ਸਟੇਸ਼ਨ ਜਿੱਥੇ ਇਹ ਤਾਰ ਨਿਕਲਦੀ ਹੈ ਉਹ ਜਗ੍ਹਾ ਹੈ ਥਾਣੇ ਦੀ ਹਦੂਦ ਅੰਦਰ ਹੈ ਅਤੇ ਇਹ ਲੋਹੇ ਦੀ ਪਾਈਪ ਵਿੱਚ ਵੀ ਚਲੀ ਜਾਂਦੀ ਹੈ, ਜਿਸ ਦਾ ਮਤਲਬ ਹੈ ਕਿ ਇਸ ਦੇ ਸਿਰੇ ਤੇ ਤਾਰ ਨਹੀਂ ਕੱਟੀ ਜਾ ਸਕਦੀ, ਜੋ ਕਿ ਜੇਕਰ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਹੁਣ ਇਹ ਕੰਮ ਬਹੁਤ ਆਸਾਨ ਹੋ ਜਾਵੇਗਾ। ਥੋੜੇ ਜਿਹੇ ਔਖੇ ਤਰੀਕੇ ਨਾਲ ਕੀਤੀ ਗਈ ਹੈ, ਯਾਨੀ ਕਿ ਲਾਰੈਂਸ ਰੋਡ ਇੱਕ ਚੱਲਦਾ ਰਸਤਾ ਹੈ, ਇਸ ਲਈ ਕੇਬਲ ਨੂੰ ਘੱਟੋ ਘੱਟ 100 ਜੋੜਾਂ ਕੱਟਣਾ ਪਵੇਗਾ। ਅਤੇ ਕੀ ਇਹ ਕੰਮ ਖੁੱਲੇ 'ਚ ਕਰਨਾ ਪਵੇਗਾ? ਹਾਂ, ਪਰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਟੈਲੀਫੋਨ ਦੀਆਂ ਤਾਰਾਂ ਅਕਸਰ ਖਰਾਬ ਹੋ ਜਾਂਦੀਆਂ ਨੇ। ਤੁਸੀਂ ਅਕਸਰ ਡਾਕ ਟੈਲੀਗ੍ਰਾਫ ਕਰਮਚਾਰੀਆਂ ਨੂੰ ਸੜਕ ਤੇ ਕਿਤੇ-ਕਿਤੇ ਟੈਂਟ ਲਗਾ ਕੇ ਕੇਬਲ ਨੂੰ ਪੁੱਟਦੇ ਅਤੇ ਉਹਨਾਂ ਦੀ ਮੁਰੰਮਤ ਕਰਦੇ ਦੇਖਿਆ ਹੋਵੇਗਾ। ਕੀ ਤੁਸੀਂ ਕਦੇ ਉਹਨਾਂ ਵੱਲ ਧਿਆਨ ਦਿੱਤਾ ਹੈ? ਕੀ ਤੁਸੀਂ ਕਦੇ ਨੋਟਿਸ ਕੀਤਾ ਹੈ? ਨਹੀਂ, ਮਾਇਆ ਰਾਮ ਨੇ ਕਿਹਾ। ਕੋਈ ਵੀ ਧਿਆਨ ਨਹੀਂ ਦਿੰਦਾ। ਪਰ ਕੀ ਪੋਸਟ ਟੈਲੀਗ੍ਰਾਫ ਦਾ ਕੋਈ ਅਧਿਕਾਰੀ ਇਸ ਪਾਸੇ ਧਿਆਨ ਦੇ ਸਕਦਾ ਹੈ? ਮੈਨੂੰ ਉਮੀਦ ਨਹੀਂ ਹੈਗੀ। ਵੱਡੇ ਸ਼ਹਿਰਾਂ ਵਿੱਚ ਕੇਬਲ ਦੀ ਮੁਰੰਮਤ ਦਾ ਕੰਮ ਇੱਕ ਆਮ ਗੱਲ ਹੈ। ਉਹ ਕਦੇ ਕਲਪਨਾ ਨਹੀਂ ਕਰੇਗਾ ਕਿ ਕੇਬਲ ਖਰਾਬ ਨਹੀਂ ਹੋਈ ਹੈ ਤੇ ਕੰਮ ਵਿੱਚ ਲੱਗੇ ਲੋਕ ਪੋਸਟ ਟੈਲੀਗ੍ਰਾਫ ਵਿਭਾਗ ਦੇ ਕਰਮਚਾਰੀ ਨਹੀਂ ਨੇ। ਹਾਂ, ਮਾਇਆ ਰਾਮ ਨੇ ਕਿਹਾ। ਉਸ ਦੀ ਆਵਾਜ਼ ਤੋਂ ਲੱਗਦਾ ਸੀ ਕਿ ਉਹ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਰਿਹਾ ਸੀ। ਉਹ ਤੁਸੀਂ ਕਿਸੇ ਭੁਲੇਖੇ ਵਿੱਚ ਨਾ ਰਹੋ ਉਸਤਾਦ ਜੀ, ਕਰਮਚੰਦ ਨੇ ਹੌਸਲੇ ਭਰੀ ਆਵਾਜ਼ ਵਿੱਚ ਕਿਹਾ ਵੀ ਇਹ ਮੇਰਾ ਕੰਮ ਹੈ, ਮੇਰੇ ਤੇ ਛੱਡ ਦਿਓ। ਚੱਲ ਠੀਕ ਹੈ ਫਿਰ, ਪਰ ਮੇਰੇ ਲਈ ਸਮਾਨ ਦਾ ਪਹਿਲਾਂ ਤੋਂ ਹੀ ਇੰਤਜ਼ਾਮ ਕਰਨਾ ਪਵੇਗਾ। ਕਿਹੜਾ ਸਮਾਨ? ਇੱਕ ਤੰਬੂ, ਖਦਾਈ ਦਾ ਸਾਜੋ ਸਮਾਨ, ਲੀਡ ਸਲੀਵ, ਕੁਝ ਹੋਰ ਔਜ਼ਾਰ ਆਦਿ। ਸਭ ਪ੍ਰਬੰਧ ਹੋ ਜਾਵੇਗਾ, ਗੁਰਦਿੱਤੇ ਨੇ ਕਿਹਾ। ਤੁਸੀਂ ਕਦੋਂ ਕੰਮ ਕਰੋਗੇ? ਮਾਇਆ ਰਾਮ ਨੇ ਪੁੱਛਿਆ। ਦਿਨ ਦੀ ਰੋਸ਼ਨੀ ਵਿੱਚ, ਹਨੇਰੇ ਤੋਂ ਬਾਅਦ, ਕਰਮਚੰਦ ਨੇ ਕਿਹਾ। 8 ਵਜੇ ਠੀਕ ਹੋ ਜਾਵੇਗਾ। ਕੀ ਲੋਕਾਂ ਨੂੰ ਸ਼ੱਕ ਨਹੀਂ ਹੋਵੇਗਾ ਕਿ ਕਿਸੇ ਸਰਕਾਰੀ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ ਕੰਮ ਕਰਦੇ ਨੇ? ਨਹੀਂ, ਲੋਕ ਤਾਂ ਸਗੋਂ ਖੁਸ਼ ਹੋਣਗੇ। ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਐਮਰਜੈਂਸੀ ਦੇ ਬਾਅਦ ਤੋਂ ਡਾਕ ਅਤੇ ਟੈਲੀਗ੍ਰਾਫ ਵਿਭਾਗ ਦੇ ਕਰਮਚਾਰੀ ਇੰਨੇ ਮਿਹਨਤੀ ਬਣ ਗਏ ਨੇ। ਹਾਲਾਂਕਿ ਕੇਬਲ ਦੀ ਮੁਰੰਮਤ ਦੇ ਕੰਮ ਲਈ ਕੋਈ ਸਮਾਂ ਨਹੀਂ ਹੈਗਾ। ਅਕਸਰ ਦੇਰ ਨਾਲ ਜਾਂ ਜਲਦੀ ਹੀ ਹੁੰਦਾ ਇਹ ਕੰਮ। ਇਸ ਕੰਮ ਵਿੱਚ ਕਿੰਨਾ ਸਮਾਂ ਲੱਗੇਗਾ? ਜੇ ਤੁਸੀਂ ਬਹੁਤੀ ਚੁਸਤੀ ਨਾ ਦਿਖਾਓ ਤਾਂ 2.5 ਘੰਟੇ। ਫਿਰ 8 ਦੀ ਬਜਾਏ 7 ਵਜੇ ਦਾ ਸਮਾਂ ਰੱਖੋ। ਇਸ ਕੰਮ ਵਿੱਚ ਲੇਟ ਹੋ ਗਿਆ ਤਾਂ ਅਗਲੇ ਕੰਮ ਵਿੱਚ ਵਿਘਨ ਪੈ ਸਕਦਾ ਹੈ। ਠੀਕ ਹੈ। ਵੈਲਡਿੰਗ ਦੇ ਸਮਾਨ ਦੇ ਇੰਤਜ਼ਾਮ ਦਾ ਕੀ ਬਣਿਆ? ਮਾਇਆ ਰਾਮ ਨੇ ਗੁਰਦਿੱਤੇ ਨੂੰ ਪੁੱਛਿਆ। ਸਾਰਾ ਪ੍ਰਬੰਧ ਕਰ ਲਿਆ ਗਿਆ ਹੈ। ਮੈਂ ਗੈਸ ਸਿਲੰਡਰ ਸਮੇਤ ਸਾਰਾ ਸਮਾਨ ਬਕਸਿਆਂ ਵਿੱਚ ਪੈਕ ਕਰ ਦਿਆ ਹੈ, ਗੁਰਦਿੱਤੇ ਨੇ ਕਿਹਾ। ਮੈਂ ਇੱਕ ਗੈਸ ਮਾਕਸ, ਇੱਕ ਅੱਗ ਬੁਝਾਉਣ ਵਾਲਾ ਯੰਤਰ ਅਤੇ ਇੱਕ 50 ਫੁੱਟ ਲੰਬੀ ਐਲੂਮੀਨੀਅਮ ਦੀ ਪੌੜੀ ਵੀ ਲੈ ਲਈ ਹੈ ਅਤੇ ਬਾਕੀ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਮਦਰਾਸ ਲਈ ਉਸ ਟਰਾਂਸਪੋਰਟ ਕੰਪਨੀ ਤੋਂ ਬੁੱਕ ਕੀਤਾ ਜਾਵੇਗਾ। ਬਹੁਤ ਵਧੀਆ। ਪਰ ਆਖਰੀ ਬੈਂਕ ਵਾਲਾ ਕੰਮ ਕਰਨਾ ਕਦੋਂ ਹੈ? ਵਿਮਲ ਨੇ ਪੁੱਛਿਆ। ਸ਼ਨੀਵਾਰ ਰਾਤ ਨੂੰ, ਮਾਇਆ ਰਾਮ ਨੇ ਕਿਹਾ। ਅਜੇ 6 ਦਿਨ ਬਾਕੀ ਨੇ। ਇਸ ਦੌਰਾਨ ਸਾਨੂੰ 2 ਵਾਰ ਜਾਂਚ ਕਰਨੀ ਪਵੇਗੀ ਕਿ ਕਰਨੈਲ ਸਿੰਘ ਵੱਲੋਂ ਸਾਨੂੰ ਦਿੱਤਾ ਗਿਆ ਗਸ਼ਤ ਟਾਈਮ ਟੇਬਲ ਸਹੀ ਹੈ ਜਾਂ ਨਹੀਂ। ਹੋਰ ਕੀ ਪ੍ਰਬੰਧ ਹੈ? ਕਰਮਚੰਦ 2 ਵਾਇਰਲੈਸ ਸੈੱਟ ਬਣਾ ਰਿਹਾ ਹੈ। ਇੱਕ ਵਾਰ ਜਦੋਂ ਉਹ ਬੈਂਕ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਅਸੀਂ ਟਰਾਂਸਪੋਰਟ ਕੰਪਨੀ ਦੇ ਗੋਦਾਮ ਅਤੇ ਮੌਕੇ ਦੇ ਵਿਚਾਰਕ ਸੰਪਰਕ ਬਣਾ ਸਕਦੇ ਹਾਂ। ਬਹੁਤ ਵਧੀਆ। ਇਸ ਤੋਂ ਇਲਾਵਾ ਮੈਂ ਮਹਿਸੂਸ ਕੀਤਾ ਹੈ ਕਿ ਸਾਡੇ ਸਾਰਿਆਂ ਕੋਲ ਇੱਕ ਦੂਜੇ ਨਾਲ ਮੇਲ ਖਾਂਦੀਆਂ ਘੜੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਸਹੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਹਰ ਸਕਿੰਟ ਤੱਕ ਗਾਰਡ ਦੇ ਗਸ਼ਤ ਦੇ ਸਮੇਂ ਤੇ ਨਜ਼ਰ ਰੱਖ ਸਕੀਏ। ਲਾਭ ਸਿੰਘ ਅਤੇ ਮੇਰੇ ਕੋਲ ਘੜੀ ਨਹੀਂ ਹੈਗੀ। ਸਾਨੂੰ 2 ਚੰਗੀਆਂ ਘੜੀਆਂ ਖਰੀਦਣੀਆਂ ਪੈਣਗੀਆਂ। ਠੀਕ ਹੈ। 1-2 ਰਿਵਾਲਵਰਾਂ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ, ਗੁਰਦਿੱਤੇ ਨੇ ਕਿਹਾ। ਮੈਂ ਜ਼ਰੂਰੀ ਨਹੀਂ ਸਮਝਦਾ, ਮਾਇਆ ਰਾਮ ਨੇ ਕਿਹਾ, ਵੀ ਜੇਕਰ ਅਸੀਂ ਇਮਾਰਤ ਦੇ ਅੰਦਰ ਵੜਨ 'ਚ ਕਾਮਯਾਬ ਨਹੀਂ ਹੋਏ ਤਾਂ ਰਿਵਾਲਵਰ ਦਾ ਕੋਈ ਫਾਇਦਾ ਨਹੀਂ ਹੈਗਾ। ਅੰਦਰ ਪਹੁੰਚ ਕੇ ਜੇਕਰ ਗਾਰਡਾਂ ਨੇ ਸਾਡੇ ਬਾਰੇ ਪਤਾ ਲੱਗ ਗਿਆ ਤਾਂ ਸਾਡੀ ਹਾਲਤ ਪਿੰਜਰੇ 'ਚ ਫਸੇ ਪੰਛੀ ਵਰਗੀ ਹੋ ਜਾਵੇਗੀ। ਉੱਥੇ ਅਚਾਨਕ ਇਹ ਅਸੰਭਵ ਹੈ ਕਿ ਇੱਕ ਮਸ਼ੀਨ ਗਨ ਵੀ ਪੁਲਿਸ ਨਾਲ ਲੜਨ ਲਈ ਕਾਫੀ ਨਹੀਂ ਹੈਗੀ। ਜੇਕਰ ਅਸੀਂ ਗੋਲੀ ਚਲਾਵਾਂਗੇ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਜਾਂ ਆਪਣੇ ਆਪ ਨੂੰ ਬਚਾਉਂਗੇ, ਪਰ ਜੇਕਰ ਅਸੀਂ ਫੜੇ ਗਏ ਤਾਂ ਸਾਡੀ ਸਜ਼ਾ ਦੁੱਗਣੀ ਹੋ ਜਾਵੇਗੀ ਕਿਉਂਕਿ ਅਸੀਂ ਹਥਿਆਰਬੰਦ ਅਪਰਾਧ ਕੀਤਾ ਹੈ। ਲੁੱਟ ਖੋਹ ਅਤੇ ਅਸੀਂ ਚੋਰੀ ਵਿੱਚ ਸ਼ਾਮਲ ਹਾਂ। ਇਹੋ ਨਹੀਂ, ਉਹ ਖੂਨ ਖਰਾਬੇ ਵੱਲ ਝੁਕਾ ਨਹੀਂ ਰੱਖਦਾ ਸੀ। ਕੋਈ ਆਪਣਾ ਰਿਵਾਲਵਰ ਨਹੀਂ ਰੱਖਦਾ ਸੀ ਉਹ। ਮਾਇਆ ਰਾਮ ਨੇ ਅੱਗੇ ਕਿਹਾ, ਕਹਿੰਦਾ ਵੀ ਜੇਕਰ ਕਿਸੇ ਕੋਲ ਰਿਵਾਲਵਰ ਹੈਗੀ ਹੈ ਤਾਂ ਉਹ ਸਾਨੂੰ ਹੁਣੇ ਦੱਸ ਦੇਵੇ। ਮੈਂ ਨਹੀਂ ਚਾਹੁੰਦਾ ਕਿ ਕੋਈ ਘਬਰਾਹਟ ਵਿੱਚ ਆ ਕੇ ਉੱਥੇ ਗੋਲੀ ਚਲਾ ਦੇਵੇ। ਸਾਰੇ ਚੁੱਪ ਕਰ ਗਏ। ਵਿਮਲ, ਇੱਕ ਰਿਵਾਲਵਰ ਨੂੰ ਛੱਡ ਦਿਓ। ਮੇਰੇ ਕੋਲ ਪੈਨਸਿਲਾਂ ਨੂੰ ਤਿੱਖਾ ਕਰਨ ਲਈ ਚਾਕੂ ਵੀ ਨਹੀਂ ਹੈਗਾ, ਵਿਮਲ ਨੇ ਕਿਹਾ। ਠੀਕ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਅਸੀਂ ਟਰਾਂਸਪੋਰਟ ਕੰਪਨੀ ਦੀ 4ਥੀ ਮੰਜ਼ਲ ਦੀ ਖਿੜਕੀ ਤੋਂ ਬੈਂਕ ਦੀ ਛੱਤ ਤੱਕ ਪੌੜੀ ਚੜ੍ਹ ਕੇ ਬੈਂਕ ਪਹੁੰਚਣਾ ਹੈ। ਬੈਂਕ ਦੀ ਛੱਤ ਢਿੱਲੀ ਹੈ ਤੇ ਅੰਦਰ ਜਾਣ ਲਈ ਕੋਈ ਰਸਤਾ ਨਹੀਂ ਹੈਗਾ। ਛੱਤ ਤੋਂ ਇਮਾਰਤ ਦੇ ਕਿਨਾਰੇ ਤੇ ਇੱਕ 10 ਇੰਚ ਚੌੜੀ ਛੱਤ ਹੈ ਜੋ ਸਾਡੇ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਦੇ ਨਾਲ ਹੀ ਮਹਿਤਾ ਹਾਊਸ ਦੀਆਂ ਸਾਰੀਆਂ ਖਿੜਕੀਆਂ ਦੇ ਅਲਾਰਮ ਹਨ, ਯਾਨੀ ਕਿ ਸੁਰੱਖਿਆ ਵਾਲੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਨਾਲ ਲੱਗਦੀ ਬਿਲਡਿੰਗ ਤੋਂ ਕੋਈ ਵਿਅਕਤੀ ਬੈਂਕ ਦੀ ਛੱਤ ਤੇ ਪਹੁੰਚ ਸਕਦਾ ਹੈ, ਪਰ ਉਹਨਾਂ ਨੂੰ ਇਹ ਵੀ ਯਕੀਨ ਹੈ ਵੀ ਉੱਥੇ ਪਹੁੰਚ ਕੇ ਵੀ ਕੋਈ ਅੰਦਰ ਨਹੀਂ ਜਾ ਸਕਦਾ, ਪਰ ਅਸੀਂ ਦਾਖਲ ਹੋ ਸਕਦੇ ਹਾਂ ਉੱਥੋਂ। ਹਾਂ, ਯੋਜਨਾ ਇਹ ਹੈ ਵੀ ਅਸੀਂ ਟਰਾਂਸਪੋਰਟ ਕੰਪਨੀ ਦੀ ਖਿੜਕੀ ਤੋਂ ਬੈਂਕ ਜਾਵਾਂਗੇ। ਅਸੀਂ ਛੱਤ ਤੇ ਪੌੜੀ ਲਗਾ ਕੇ ਬੈਂਕ ਦੀ ਛੱਤ ਤੇ ਪਹੁੰਚ ਜਾਵਾਂਗੇ। ਮੈਂ ਅਤੇ ਕਰਮਚੰਦ ਬਿਲਡਿੰਗ ਦੇ ਕੋਨਿਆਂ ਤੇ ਲਗਾਈਆਂ ਅਲਾਰਮ ਘੰਟੀਆਂ ਨੂੰ ਕੱਟ ਦੇਵਾਂਗੇ।
ਜ਼ਮੀਨ ਤੋਂ 30 ਫੁੱਟ ਉੱਚੀ ਘੰਟੀ ਉਹ ਜੁੜੇ ਹੋਏ ਨੇ ਅਤੇ ਛੱਤ ਤੋਂ ਘੱਟੋ ਘੱਟ 25 ਫੁੱਟ ਹੇਠਾਂ ਨੇ। ਛੱਤ ਤੋਂ ਰੱਸੀ ਹੇਠਾਂ ਲਟਕਾਉਣੀ ਹੈ ਤੇ ਘੰਟੀਆਂ ਤੱਕ ਪਹੁੰਚਣਾ ਹੈ ਤੇ ਉਹਨਾਂ ਨੂੰ ਕੱਟਣਾ ਹੈ। ਉਸ ਤੋਂ ਬਾਅਦ ਤੁਸੀਂ ਟਰਾਂਸਪੋਰਟ ਕੰਪਨੀ ਦੀ ਦਿਸ਼ਾ ਵਿੱਚ ਸਥਿਤ ਬੈਂਕ ਦੀ ਖਿੜਕੀ ਖੋਲ ਸਕਦੇ ਹਾਂ ਅਤੇ ਪੌੜੀਆਂ ਚੜ੍ਹ ਸਕਦੇ ਹਾਂ। ਇਸੇ ਤਰ੍ਹਾਂ ਦਰਵਾਜ਼ੇ ਨੂੰ ਪਿਘਲਾਉਣ ਲਈ ਵਰਤੀ ਗਈ ਸਮੱਗਰੀ ਬੈਂਕ ਵਿੱਚ ਦਾਖਲ ਹੋਵੇਗੀ। ਅਸੀਂ ਪੌੜੀਆਂ ਤੋਂ ਦਿਖਾਈ ਨਹੀਂ ਦੇਵਾਂਗੇ, ਅਸੀਂ ਪੌੜੀਆਂ ਤੋਂ ਦਿਖਾਈ ਦੇ ਸਕਦੇ ਹਾਂ ਉਹਨਾਂ ਨੂੰ। ਜਿਹਾ ਨਹੀਂ ਹੋਵੇਗਾ, ਸ਼ਨੀਵਾਰ ਨੂੰ ਇੱਕ ਗ੍ਰਹਿਣ ਲੱਗਣਾ ਹੈ ਜਿਹਦੇ ਕਰਕੇ ਪੂਰਾ ਹਨੇਰਾ ਛਾ ਜਾਣਾ ਹੈ। ਨਾਲੇ ਇਹ ਸਰਦੀਆਂ ਦੇ ਦਿਨ ਨੇ, ਕਈ ਵਾਰ ਰਾਤ ਨੂੰ ਧੁੰਦ ਵੀ ਪੈ ਜਾਂਦੀ ਹੈ। ਹੇਠਾਂ ਗਲੀ ਤੋਂ ਪੌੜੀਆਂ ਦਿਖਾਈ ਨਹੀਂ ਦੇਣਗੀਆਂ ਤੇ ਫਿਰ ਸਾਨੂੰ ਗਸ਼ਤ ਦੀ ਪੂਰਾ ਸਮਾਂ ਸਾਰਣੀ ਦਾ ਪਤਾ ਹੈ। ਅਸੀਂ ਪੌੜੀ ਉਦੋਂ ਹੀ ਲਗਾਵਾਂਗੇ ਜਦੋਂ ਗਾਰਡ ਗਲੀ ਵਿੱਚ ਗਸ਼ਤ ਕਰਨ ਗਏ ਹੋਣ। ਅਸਲ ਵਿੱਚ ਸਾਨੂੰ ਇਸ ਗੱਲ ਦੀ ਬਜਾਏ ਕਿ ਕੋਈ ਸਾਨੂੰ ਨਾ ਸੁਣੇ, ਇਹ ਗੱਲ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਦੇਖੋ, ਸਾਨੂੰ ਕੋਈ ਨਹੀਂ ਲੱਭੇਗਾ, ਪਰ ਸਾਡੀਆਂ ਆਵਾਜ਼ਾਂ ਉਹਨਾਂ ਨੂੰ ਹੇਠਾਂ ਗਲੀ ਵਿੱਚ ਮੌਜੂਦ ਹੋਣ ਤੋਂ ਬਿਨਾਂ ਵੀ ਸੁਣ ਸਕਦੀਆਂ ਨੇ। ਇਸ ਲਈ ਪੌੜੀਆਂ ਰਾਹੀਂ ਬੈਂਕਾਂ ਵਿੱਚ ਗੈਸ ਸਿਲੰਡਰ ਆਦਿ ਉਪਲਬਧ ਨੇ। ਇਸ ਗੱਲ ਦਾ ਬਹੁਤ ਧਿਆਨ ਰੱਖਣਾ ਪਵੇਗਾ ਕਿ ਕੋਈ ਵੀ ਚੀਜ਼ ਸਾਡੇ ਹੱਥੋਂ ਛੁੱਟ ਨਾ ਜਾਵੇ ਤੇ ਥੱਲੇ ਨਾ ਡਿੱਗ ਪਵੇ। ਸੋ ਦੋਸਤੋ, ਇਹ ਸੀ 65 ਲੱਖ ਦੀ ਡਕੈਤੀ ਦਾ ਭਾਗ 9ਵਾਂ ਤੇ ਭਾਗ 10ਵਾਂ ਲੈ ਕੇ ਛੇਤੀ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦੇਖਦੇ ਰਹੋ ਸਾਈਕੋ ਪੰਜਾਬੀ ਚੈਨਲ।